ਤੁਹਾਨੂੰ ਕੀ ਲੱਗਦਾ ਕੌਣ ਖਾ ਗਿਆ ਪੈਸਾ ਖਿਡਾਰੀਆਂ ਦਾ? 10,000 ਤੋਂ ਜ਼ਿਆਦਾ ਖਿਡਾਰੀਆਂ ਨੂੰ ਪਹਿਲਾਂ ਪੈਸੇ ਪਾਤੇ, ਫਿਰ ਉਹਨਾਂ ਕੋਲੋਂ ਪੈਸੇ ਵਾਪਸ ਲੈ ਲਏ। 1400 ਤੋਂ 1,500 ਦੇ ਕਰੀਬ ਤੱਕ ਖਾਤੇ ਹੀ ਨਹੀਂ ਲੱਭਣ ਡੇ ਵੀ ਖਾਤੇ ਹੈਗੇ ਵੀ ਕਿ ਨਹੀਂ। ਸਾਫ਼ ਹੈ, ਇਹ ਘਪਲਾ ਤਾਂ ਕ੍ਰਿਸਟਲ ਕਲੀਅਰ ਹੈ। ਇਹ ਅਫਸਰ ਖਾ ਗਏ ਪੈਸਾ ਕਿ ਜਾਂ ਮੰਤਰੀ ਖਾ ਗਏ? ਅਫਸਰ ਆਪਣੇ ਲੈਵਲ ਤੇ ਏਡੇ ਏਡੇ ਘਪਲੇ ਨਹੀਂ ਕਰ ਸਕਦੇ। ਸਰਕਾਰੀ ਸ਼ਹਿ ਹੋਵੇ, ਉੱਪਰੋਂ ਹਕੂਮਤ ਦੀ ਸ਼ਹਿ ਹੋਵੇ ਤਾਂ ਇਹ ਕੰਮ। ਵਿਜੀਲੈਂਸ ਨੂੰ ਕਈ ਮਾਮਲਿਆਂ ਦੀ ਜਾਂਚ ਦਿੱਤੀ ਜਾ ਰਹੀ ਹੈ। ਕੀ ਲੱਗਦਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ? ਹੁਣ ਕਰਨਾ ਚਾਹੀਦਾ ਇਹਨਾਂ ਨੂੰ, ਹੁਣ ਦੇਰੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਸਰਕਾਰ ਦੀ ਨੀਅਤ ਕਿਵੇਂ ਦੀ ਲੱਗ ਰਹੀ ਹੈ ਕਿ ਕੀ ਲੱਗਦਾ ਕਿ ਵਾਕਈ ਜਿਹੜੇ ਮੁੱਖ ਸਾਜ਼ਿਸ਼ਕਾਰ ਹੈਗੇ ਨੇ, ਜਿਨ੍ਹਾਂ ਮੁੱਖ ਤੌਰ ਤੇ ਜਿਹੜਾ ਵੱਡੇ ਪੱਧਰ ਤੇ ਪੈਸਾ ਖਾਦਾ, ਉਹਨਾਂ ਤੇ ਕਾਰਵਾਈ ਕਰੂਗੀ ਸਰਕਾਰ? ਭਗਵੰਤ ਸਿੰਘ ਮਾਨ ਦਿਖਾਈ ਦਿੰਦੇ ਆ ਅਖਬਾਰਾਂ ਦੇ ਇਸ਼ਤਿਹਾਰਾਂ 'ਚ ਜਾਂ ਟੈਲੀਵਿਜ਼ਨ ਦੇ ਇਸ਼ਤਿਹਾਰ 'ਚ, ਲੇਕਿਨ ਲੱਗਦਾ ਵੀ ਸਾਰਾ ਕੰਟਰੋਲ ਦਿੱਲੀ ਚਲਾ। ਕਾਂਗਰਸ ਸਰਕਾਰ ਵੇਲੇ ਹੋਏ ਘਟਾਲਿਆਂ ਦੀਆਂ ਫਾਈਲਾਂ ਆਮ ਆਦਮੀ ਪਾਰਟੀ ਨੇ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਨੇ। ਮੌਜੂਦਾ ਸਮੇਂ ਦੇ ਵਿੱਚ ਦੋ ਘਟਾਲੇ ਚਰਚਾ ਦੇ ਵਿੱਚ ਚੱਲ ਰਹੇ ਨੇ। ਇੱਕ ਘਟਾਲਾ ਖਿਡਾਰੀਆਂ ਦੀਆਂ ਖੇਡ ਕਿੱਟਾਂ ਨੂੰ ਲੈ ਕੇ ਤੇ ਦੂਜਾ ਐਸਸੀ ਸਕਾਲਰਸ਼ਿਪ ਘਟਾਲੇ ਨੂੰ ਲੈ ਕੇ ਇਸ ਸਮੇਂ ਚਰਚਾ ਹੋ ਰਹੀ ਹੈ। ਭਗਵੰਤ ਮਾਨ ਹੋਣਾ ਦੇ ਵੱਲੋਂ ਫਾਈਲਾਂ ਮੰਗਵਾ ਲਈਆਂ ਗਈਆਂ ਨੇ, ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਕਾਰਵਾਈ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵੱਡੇ ਅਫਸਰ ਤੇ ਵੱਡੇ ਪੋਲੀਟੀਸ਼ੀਅਨ ਇਸ ਘਟਾਲੇ ਦੇ ਵਿੱਚ ਨਾਮ ਸਾਹਮਣੇ ਆ ਸਕਦਾ ਹੈ। ਮੇਰੇ ਨਾਲ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਅਕਾਲੀ ਲੀਡਰ ਪਵਨ ਕੁਮਾਰ ਟੀਨੂ ਮੌਜੂਦ ਹੈਗੇ ਨੇ। ਗੱਲਬਾਤ ਕਰਦੇ ਹਾਂ। ਟੀਨੂ ਸਾਹਿਬ, ਕਿਵੇਂ ਦੇਖਦੇ ਹੋ, ਆਮ ਆਦਮੀ ਪਾਰਟੀ ਨੇ ਫਾਈਲਾਂ ਮੰਗਾ ਲਈਆਂ ਨੇ, ਕਾਰਵਾਈ ਦੀ ਤਿਆਰੀ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ? ਸਭ ਤੋਂ ਪਹਿਲਾਂ ਖਿਡਾਰੀਆਂ ਦੀਆਂ ਕਿੱਟਾਂ ਨੂੰ ਲੈ ਕੇ ਗੱਲ ਕਰ ਲੈਂਦੇ ਹਾਂ। ਕੌਣ ਖਾ ਗਿਆ ਪੈਸਾ ਖਿਡਾਰੀਆਂ ਦਾ? ਦੇਖੋ ਮਨਪ੍ਰੀਤ ਜੀ, ਪਿਛਲੀ ਕਾਂਗਰਸ ਦੀ 5 ਸਾਲ ਦੀ ਸਰਕਾਰ 'ਚ ਮੇਰਾ ਖਿਆਲ ਘਪਲਿਆਂ ਦਾ, ਰਿਸ਼ਵਤਖੋਰੀ ਦੇ ਰਿਕਾਰਡ ਤੋੜਤੇ ਇਹਨਾਂ ਨੇ। ਚਾਹੇ ਮਾਈਨਿੰਗ ਵਾਲਾ ਤੁਸੀਂ ਪਾਸਾ ਫੜ ਲਓ, ਚਾਹੇ ਐਕਸਾਈਜ਼ ਡਿਪਾਰਟਮੈਂਟ ਫੜ ਲਓ, ਚਾਹੇ ਤੁਸੀਂ ਨਸ਼ੇ ਪੱਤੇ ਵਾਲੇ ਫੜ ਲਓ, ਬਦਲੀਆਂ ਵਾਲੇ ਫੜ ਲਓ, ਤੇ ਕੋਈ ਕਸਰ ਨਹੀਂ ਛੱਡੀ ਕਾਂਗਰਸ ਨੇ। ਤੇ ਖਾਸ ਕਰਕੇ ਜਦੋਂ ਆਖਰੀ 3 ਮਹੀਨੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ, ਉਦੋਂ ਤਾਂ ਫਿਰ ਖੁੱਲ੍ਹ ਹੀ ਗਿਆ ਕੰਮ। ਆਹ ਦੇਖ ਲਓ, ਜਿਹੜਾ ਕਿੱਟਾਂ ਵਾਲੀ ਗੱਲ ਤੁਸੀਂ ਕਰਦੇ ਹੋ, 10,000 ਤੋਂ ਜ਼ਿਆਦਾ ਖਿਡਾਰੀਆਂ ਨੂੰ ਪਹਿਲਾਂ ਪੈਸੇ ਪਾਤੇ, ਫਿਰ ਉਹਨਾਂ ਕੋਲੋਂ ਪੈਸੇ ਵਾਪਸ ਲੈ ਲਏ। ਜੇ ਖਿਡਾਰੀਆਂ ਨੂੰ ਕਿੱਟ ਲੈ ਕੇ ਦੇਣੀ ਆ ਤੁਸੀਂ, ਜਾਂ ਤਾਂ ਆਪ ਲੈ ਕੇ ਦਿਓ, ਜਾਂ ਖਿਡਾਰੀਆਂ ਨੂੰ ਜੇ ਪੈਸੇ ਦੇ ਦਿੱਤੇ ਤਾਂ ਉਹਨਾਂ ਨੂੰ ਆਪਣੀ ਪਸੰਦ ਦੀ ਕਿੱਟ ਖਰੀਦਣ ਦਿਓ। ਦੇਖੋ, ਇਹਨਾਂ ਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਪਾ ਕੇ ਫਿਰ ਉਹਨਾਂ ਕੋਲ ਵਾਪਸ ਲਏ। ਹੁਣ ਪਤਾ ਨਹੀਂ ਇਹਨਾਂ ਨੇ ਕਿੱਦਾਂ ਦੀਆਂ ਸਬ ਸਟੈਂਡਰਡ ਕਿੱਟਾਂ ਲੈ ਕੇ ਰੱਖੀਆਂ ਹੋਣਗੀਆਂ, ਜਾਂ ਵੈਸੇ ਹੀ ਰਿਕਾਰਡ 'ਚ ਭਰ ਦਿੱਤਾ ਹੋਊਗਾ ਜੀ, ਕਿੱਟ ਦੇ ਦਿੱਤੀ, ਉਹਦੇ ਕੋਲ ਸਾਈਨ ਕਰਾ ਲਏ ਹੋਣਗੇ ਖਿਡਾਰੀ ਕੋਲ। ਤੇ 1400 ਤੋਂ 1,500 ਦੇ ਕਰੀਬ ਤੱਕ ਖਾਤੇ ਹੀ ਨਹੀਂ ਲੱਭਣ ਡੇ ਵੀ ਖਾਤੇ ਹੈਗੇ ਵੀ ਕਿ ਨਹੀਂ। ਸਾਫ਼ ਹੈ, ਇਹ ਘਪਲਾ ਤਾਂ ਕ੍ਰਿਸਟਲ ਕਲੀਅਰ ਹੈ। ਜੇ ਸਰਕਾਰ ਕਰਨਾ ਚਾਹੂਗੀ ਤਾਂ ਇਹਨਾਂ ਨੂੰ ਪਹਿਲੇ ਪੇਜ ਤੋਂ ਹੀ ਪਤਾ ਲੱਗ ਜਾਊਗਾ ਵੀ ਆਹ ਘਪਲਾ ਹੋਇਆ, ਇੰਨੇ ਕਰੋੜ ਦਾ ਹੋਇਆ। ਕੀ ਲੱਗਦਾ ਕਿ ਅਫਸਰ ਖਾ ਗਏ ਪੈਸਾ ਕਿ ਜਾਂ ਮੰਤਰੀ ਖਾ ਗਏ? ਦੇਖੋ, ਅਫਸਰ ਆਪਣੇ ਲੈਵਲ ਤੇ ਏਡੇ ਏਡੇ ਘਪਲੇ ਨਹੀਂ ਕਰ ਸਕਦੇ। ਇਹ ਤਾਂ ਸਰਕਾਰੀ ਸ਼ਹਿ ਹੋਵੇ, ਉੱਪਰੋਂ ਹਕੂਮਤ ਦੀ ਸ਼ਹਿ ਹੋਵੇ ਤਾਂ ਇਹ ਕੰਮ ਹੁੰਦੇ ਆ। ਤੁਸੀਂ ਵੇਖ ਲਓ, ਅੱਜ ਰੇਤਾ ਵਾਲਾ ਜਿਹੜਾ ਪਿਛਲੇ ਸਮੇਂ 'ਚ ਇੰਨਾ ਵੱਡਾ ਚੱਲਿਆ, ਇਹ ਕਿਤੇ ਅਫਸਰਾਂ ਦੇ ਸਿਰ ਤੇ ਚੱਲਿਆ? ਇਹ ਤਾਂ ਕਾਂਗਰਸ ਦੇ ਐਮਐਲਏ ਨੇ ਏਰੀਏ ਵੰਡੇ ਸੀ, ਦਰਿਆ ਵੰਡੇ ਸੀ, ਇਹਨਾਂ ਨੇ ਨਾਲੇ ਤੇ ਚੋ ਵੰਡੇ ਸੀ, ਇਹਨਾਂ ਕੱਢ ਕੇ ਰੇਤਾ ਇਹਨਾਂ ਨੇ ਸਾਰਾ ਕੰਮ ਕੀਤਾ। ਆ ਜਿਹੜਾ ਮਾਝੇ 'ਚ ਹੋਇਆ, 133 ਬੰਦੇ ਨਕਲੀ ਸ਼ਰਾਬ ਨਾਲ ਮਰੇ, ਇਹ ਕੋਈ ਅਧਿਕਾਰੀਆਂ ਦੇ ਕਰਕੇ ਥੋੜ੍ਹੀ ਹੋਇਆ। ਇਹ ਤਾਂ ਹਕੂਮਤ ਨੇ ਕਰਾਇਆ ਸਾਰਾ ਕੁਝ। ਹਕੂਮਤ ਦੇ ਬੰਦੇ ਆਪ ਜਾਲੀ ਸ਼ਰਾਬ ਵੇਚਣ ਤੇ ਲੱਗੇ ਸੀ, ਉਹਨਾਂ ਦੀ ਸ਼ਹਿ ਤੇ ਵਿਕਦੀ ਸੀ। ਸੋ ਇਸ ਕਰਕੇ ਆ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ, ਉਹ ਤਾਂ ਮੋਗਾ ਹੀ ਖੁੱਲ੍ਹ ਗਿਆ ਘੁਟਾਲਿਆਂ ਦਾ। ਤੁਸੀਂ ਵੇਖ ਲਓ, ਤੁਹਾਡਾ ਖਿਡਾਰੀਆਂ ਵਾਲਾ ਵੀ ਹੋ ਗਿਆ, ਐਕਸਾਈਜ਼ ਦਾ ਕਿੱਦਾਂ ਘਪਲਾ ਚੱਲਿਆ, ਐਕਸਾਈਜ਼ ਮਹਿਕਮੇ 'ਚ, ਮਾਈਨਿੰਗ ਦਾ, ਉਹਨਾਂ ਦਾ ਆਪਣਾ ਭਤੀਜਾ, ਉਹਨਾਂ ਦਾ ਆਪਣਾ ਪਰਿਵਾਰ, 10-10 ਕਰੋੜ ਰੁਪਈਆ ਕੈਸ਼, 3-3 4-4 ਕਿੱਲੋ ਸੋਨਾ, 25 ਕਰੋੜ ਰੁਪਈਆ ਖਾਤਿਆਂ 'ਚ। ਤੇ ਲੋਕਾਂ ਨਾਲ ਵੀ ਠੱਗੀ ਹੋਈ, ਭੋਲੇ ਭਾਲੇ ਲੋਕਾਂ ਨਾਲ। ਲੋਕੀ ਵਿਚਾਰੇ ਇਮੋਸ਼ਨਲ ਹੋ ਗਏ। ਆ ਵੀ ਤਾਂ ਠੱਗੀ ਹੈ ਨਾ ਮਨਪ੍ਰੀਤ ਜੀ, ਵੀ ਤੁਸੀਂ ਲੋਕਾਂ ਨੂੰ ਕਹਿ ਦਿੱਤਾ, ਬੋਰਡ ਲਾਤੇ, ਮੇਰਾ ਘਰ ਮੇਰੇ ਨਾਮ।
ਲੋਕਾਂ ਵਿਚਾਰਿਆਂ ਨੇ ਜਿਨ੍ਹਾਂ ਦੇ ਘਰ ਲਾਲ ਲਕੀਰ ਦੇ ਅੰਦਰ ਆਉਂਦੇ ਸੀ, ਥੱਲੇ ਆਉਂਦੇ ਸੀ, ਉਹਨਾਂ ਨੇ ਵੋਟਾਂ ਪਾਤੀਆਂ। ਅੱਛਾ, ਖੇਡ ਮੰਤਰੀ ਮੀਤ ਹੈਰ ਕਹਿੰਦੇ ਨੇ ਕਿ ਇਹ ਸਟਾਰਟਿੰਗ ਦੇ ਵਿੱਚ ਸਾਨੂੰ ਘਪਲਾ ਇਹਦੇ ਵਿੱਚ ਲੱਗਦਾ, ਕਹਿੰਦੇ ਵਿਜੀਲੈਂਸ ਨੂੰ ਜਾਂਚ ਦਿੱਤੀ ਆ, ਵਿਜੀਲੈਂਸ ਨੂੰ ਕਈ ਮਾਮਲਿਆਂ ਦੀ ਜਾਂਚ ਦਿੱਤੀ ਜਾ ਰਹੀ ਹੈ। ਕੀ ਲੱਗਦਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ? ਦੇਖੋ, ਜੇ ਤਾਂ ਸਰਕਾਰ ਦੀ ਨੀਅਤ ਹੋਏਗੀ ਸਾਫ਼ ਬਈ ਭ੍ਰਸ਼ਟਾਚਾਰ ਖਤਮ ਕਰਨਾ, ਤਾਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਜੇਲ੍ਹਾਂ 'ਚ ਸਿੱਟਣਾ ਆ, ਫਿਰ ਤਾਂ ਵਿਜੀਲੈਂਸ ਕਰੂਗੀ। ਤੇ ਜੇ ਇਹਨਾਂ ਤੇ ਕੱਲ੍ਹ ਨੂੰ ਪ੍ਰੈਸ਼ਰ ਪੈ ਗਿਆ, ਹੁਣ ਇਹਨਾਂ ਦੇ ਬੰਦੇ ਵੀ ਕਿਹੜਾ ਅੱਜ ਜੋ ਚੱਲ ਰਿਹਾ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ। ਤੇ ਜੇ ਇਹਨਾਂ ਨੇ ਸੋਚਿਆ ਵੀ ਕੋਈ ਨਹੀਂ ਕੱਲ੍ਹ ਨੂੰ ਸਰਕਾਰਾਂ ਬਦਲਣੀਆਂ ਕਿਤੇ ਫਿਰ ਬੰਦ ਕਰ ਦੇਣਗੇ, ਮਾੜਾ ਮੋਟਾ 2-4 ਪੇਜ ਖੋਲ੍ਹਣਗੇ, ਬੰਦ ਕਰ ਦੇਣਗੇ। ਅੱਛਾ, ਐਸੇ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਤੁਸੀਂ ਵੀ ਬੜੇ ਧਰਨੇ ਲਾਏ, ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕਦੇ ਰਹੇ ਹੋ। ਉਸ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਹੋਣਾ ਨੇ ਅੱਜ ਟਵੀਟ ਵੀ ਕੀਤਾ, ਕਹਿੰਦੇ ਮੇਰੇ ਕੋਲ ਫਾਈਲਾਂ ਆ ਗਈਆਂ ਨੇ, ਕਾਫੀ ਕੁਝ ਕਹਿੰਦੇ ਗੜਬੜ ਲੱਗਦਾ ਹੈ, ਕਹਿੰਦੇ ਸਾਰਾ ਕੁਝ ਕਹਿੰਦੇ ਕੱਢਾਂਗੇ ਬਾਹਰ। ਕੀ ਲੱਗਦਾ, ਆਸ ਹੈਗੀ ਹੈ ਕਿ ਇਹ ਘੁਟਾਲਾ ਹੁਣ ਪਰਦਾਫਾਸ਼ ਹੋਏਗਾ ਇਹਦਾ? ਦੇਖੋ, ਅਸੀਂ ਤਾਂ ਸ਼ੁਰੂ ਤੋਂ ਮੰਗ ਕਰ ਰਹੇ ਹਾਂ। ਅਸੀਂ ਤਾਂ ਕਾਂਗਰਸ ਦੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਕੋਲੋਂ ਵੀ ਮੰਗ ਕੀਤੀ ਬਈ ਕਰੋੜਾਂ ਰੁਪਈਆ ਜਿਹੜਾ ਆ ਐਸਸੀ ਬੱਚਿਆਂ ਦੀ ਪੜ੍ਹਾਈ ਦਾ ਆਇਆ ਸੀ, ਉਹ ਇਹਨਾਂ ਨੇ ਹਜਮ ਕਰ ਲਿਆ। ਉਸ ਵੇਲੇ ਕੁਝ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ। ਹੁਣ ਆਮ ਪਾਰਟੀ ਆਈ ਆ, ਆਮ ਪਾਰਟੀ ਵੀ ਵਿਧਾਨ ਸਭਾ 'ਚ ਕਹਿੰਦੀ ਰਹੀ ਆ ਵੀ ਸਾਧੂ ਸਿੰਘ ਨੇ ਘਪਲਾ ਕੀਤਾ। ਹੁਣ ਕਰਨਾ ਚਾਹੀਦਾ ਇਹਨਾਂ ਨੂੰ, ਹੁਣ ਦੇਰੀ ਨਹੀਂ ਕਰਨੀ ਚਾਹੀਦੀ। ਇਹਨਾਂ ਕੋਲ ਫਾਈਲਾਂ ਹੋਣ ਆਈਆਂ, ਫਾਈਲਾਂ ਤਾਂ ਤਿਆਰ ਬਣੀਆਂ ਪਈਆਂ, ਫਾਈਲਾਂ ਤਾਂ ਉਹਨਾਂ ਦੇ ਪੁਰਾਣੇ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਨੂੰ ਪੁੱਛ ਲਓ। ਮੈਨੂੰ ਦੱਸੋ, ਜਦੋਂ ਇੱਕ ਦਿਨ ਪਹਿਲਾਂ ਜਦੋਂ ਕੋਡ ਆਫ ਕੰਡਕਟ ਜ਼ਾਬਤਾ ਲਾਗੂ ਹੋਣਾ ਸੀ ਵਿਧਾਨ ਸਭਾ ਚੋਣਾਂ ਦਾ, ਇੱਕ ਦਿਨ ਪਹਿਲਾਂ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਨੂੰ ਕੀ ਉਹਦੀ ਬਾਂਹ ਬੇਲਣੇ 'ਚ ਫਸੀ ਸੀ ਕਿ ਉਹਨੇ ਕੈਬਨਿਟ ਦੀ ਮੀਟਿੰਗ ਬੁਲਾ ਕੇ ਸਵੇਰੇ ਸਵੇਰੇ ਫਟਾਫਟ ਜਿਹੜੇ ਬਲੈਕ ਲਿਸਟਡ ਕਾਲਜ ਸੀ, ਜਿਨ੍ਹਾਂ ਨੇ ਸਰਕਾਰ ਦਾ 100 ਕਰੋੜ ਰੁਪਈਆ ਦੇਣਾ ਸੀ, ਬਲੈਕ ਲਿਸਟਡ ਸੀ, ਉਹਨਾਂ ਦੇ ਪਰਚੇ ਦਰਜ ਹੋਣੇ ਸੀ, ਉਹਨਾਂ ਨੂੰ ਮਾਫ ਕਰਤੇ ਕੋਈ ਮੀਟਿੰਗ ਕਰਕੇ। ਕੀ ਕਾਰਨ ਹੈ? ਕਿੰਨੇ ਪੈਸੇ ਉਹਨਾਂ ਕੋਲੋਂ, ਕਿੰਨੇ ਕਰੋੜ ਰੁਪਈਆ ਉਹਨਾਂ ਕੋਲੋਂ ਮੁੱਖ ਮੰਤਰੀ ਨੇ ਲਿਆ ਜਾਂ ਉਹਦੇ ਮੰਤਰੀਆਂ ਨੇ ਲਿਆ, ਜਿਹੜਾ ਤੁਸੀਂ ਜਿਨ੍ਹਾਂ ਇੰਸਟੀਚਿਊਸ਼ਨ ਨੇ ਗਰੀਬਾਂ ਦੇ ਬੱਚਿਆਂ ਦਾ ਭਵਿੱਖ ਕਤਲ ਕਰ ਦਿੱਤਾ, ਉਹਨਾਂ ਦੀ ਪੜ੍ਹਾਈ ਖਾ ਲਈ, ਉਹਨਾਂ ਦਾ ਪੈਸਾ ਹਜਮ ਕਰ ਲਿਆ ਫੀਸਾਂ ਦਾ, ਉਹਨਾਂ ਨੂੰ ਤੁਸੀਂ ਫਟਾਫਟ ਮੀਟਿੰਗ ਕਰਕੇ ਚੰਨੀ ਜੀ ਨੇ ਉਹਨਾਂ ਨੂੰ ਫਾਰਗ ਕਰਤਾ, ਫ੍ਰੀ ਕਰਤਾ। ਕਿਉਂ? ਅੱਛਾ, ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਲੀਨ ਚਿੱਟ ਵੀ ਦਿੱਤੀ ਸੀਗੀ। ਆਮ ਲੋਕਾਂ ਦੀ ਸਮਝ ਤੋਂ ਕਈ ਵਾਰੀ ਇਹ ਚੀਜ਼ਾਂ ਦੂਰ ਹੁੰਦੀਆਂ ਨੇ, ਕਿਉਂਕਿ ਕੰਪਲਿਕੇਟਡ ਜਿਹਾ ਕੇਸ ਹੈਗਾ ਐਸੇ ਸਕਾਲਰਸ਼ਿਪ ਘੁਟਾਲੇ ਦਾ ਵੀ। ਤੁਸੀਂ ਲੰਬੇ ਸਮੇਂ ਤੋਂ ਇਹਦੇ ਉੱਪਰ ਬਹਿਸ ਵੀ ਕਰਦੇ ਆ ਰਹੇ ਹੋ। ਸੰਖੇਪ ਜੇ ਦੇ ਵਿੱਚ ਦੱਸੋ ਕਿ ਇਹ ਘੁਟਾਲਾ ਹੋਇਆ ਕਿੱਦਾਂ ਸੀਗਾ, ਕਿੰਨੇ ਕਰੋੜ ਦਾ ਘੁਟਾਲਾ ਇਹ? ਦੇਖੋ, ਇਹ ਨਾ ਕਾਂਗਰਸ ਦੇ ਰਾਜ ਵਿੱਚ ਲਗਭਗ 1000 ਕਰੋੜ ਤੋਂ ਵੱਧ 17 ਤੋਂ ਲੈ ਕੇ 21 ਤੱਕ 1000 ਕਰੋੜ ਤੋਂ ਵੱਧ ਕੇਂਦਰ ਸਰਕਾਰ ਦੀਆਂ ਫੀਸਾਂ ਦਾ ਐਸਸੀ ਬੱਚਿਆਂ ਦਾ ਆਇਆ। ਉਹ ਪੈਸਾ ਇਹਨਾਂ ਨੇ ਬੱਚਿਆਂ ਨੂੰ ਦੇਣ ਦੀ ਬਜਾਏ ਉਹ ਇਹਨਾਂ ਨੇ ਜਿਹੜੇ ਬਲੈਕ ਲਿਸਟਡ, ਜਿਹੜੇ ਜਾਲੀ ਇੰਸਟੀਚਿਊਸ਼ਨ ਸੀ, ਜਿਹੜੇ ਐਗਜ਼ਿਸਟ ਹੀ ਨਹੀਂ ਕਰਦੇ ਸੀ, ਉਹਨਾਂ ਨੂੰ ਇਹਨਾਂ ਦੀ ਸਰਕਾਰ ਵਿੱਚ ਮੰਤਰੀ ਸਾਹਿਬ ਦੀ ਸਾਜ਼ਿਸ਼ ਦੇ ਨਾਲ ਤੇ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਉਹ ਪੈਸਾ ਸਾਰਾ ਜਿਹੜਾ 1000 ਕਰੋੜ ਰੁਪਈਆ ਸੀ, ਉਹਦੀ ਬੰਦਰ ਵੰਡ ਕਰਤੀ। ਉਹਨਾਂ ਨੂੰ ਪੈਸੇ ਦੇ ਕੇ ਇੰਸਟੀਚਿਊਸ਼ਨ ਨੂੰ ਉਹਨਾਂ ਕੋਲ ਅੰਡਰ ਟੇਬਲ ਵਾਪਸ ਲੈ ਲਏ। ਸੋ ਇਹ ਬੜਾ ਕ੍ਰਿਸਟਲ ਕਲੀਅਰ ਘੁਟਾਲਾ ਸੀ। ਉਸ ਵੇਲੇ ਦੇ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਨੇ ਇਹਦਾ ਖੁਲਾਸਾ ਵੀ ਕਰਤਾ ਸੀ 46 ਪੇਜਾਂ ਦੀ ਜਾਂਚ ਰਿਪੋਰਟ 'ਚ ਵੀ 17 ਗੋਸਟ ਕਾਲਜਸ ਆ, 39 ਕਰੋੜ ਦਾ ਸਿੱਧਾ ਹੀ ਪਤਾ ਲੱਗ ਰਿਹਾ ਵੀ ਇਹ ਕਿੱਥੇ ਗਿਆ, ਕਾਲਜ ਹੈ ਹੀ ਨਹੀਂ। ਫਿਰ ਉਹਨਾਂ ਨੇ ਲਿਖਿਆ ਵੀ ਸਰਕਾਰ ਦੀਆਂ ਵੱਖਰੀਆਂ ਫਾਈਲਾਂ ਕਿਉਂ ਬਣੀਆਂ, ਅਲੱਗ ਬੈਂਕ ਅਕਾਊਂਟ ਕਿਉਂ ਬਣੇ, ਰਿਕਾਰਡ ਪਾੜਿਆ ਕਿਉਂ ਗਿਆ, ਰਿਕਾਰਡ ਨੂੰ ਟੈਂਪਰ ਕਿਉਂ ਕੀਤਾ ਗਿਆ। ਉਹ ਕੀਤਾ ਗਿਆ ਸੀ ਉਸ ਵੇਲੇ ਸਰਕਾਰ ਦੇ ਮੰਤਰੀ ਜੀ ਦੀ ਸ਼ਹਿ 'ਤੇ ਸਾਰਾ ਕੁਝ। ਮੰਤਰੀ ਦੇ ਖਾਸਮ ਖਾਸ ਲੋਕਾਂ ਨੂੰ ਉੱਥੇ ਮੁਖੀ ਬਣਾਤਾ ਸੀ। ਪਹਿਲੀ ਵਾਰ ਹੋਇਆ ਵੀ ਡਾਇਰੈਕਟਰ ਕੋਲੋਂ, ਡਾਇਰੈਕਟਰ ਵੈਲਫੇਅਰ ਕੋਲੋਂ ਪਾਵਰਾਂ ਲੈ ਕੇ ਪੈਸੇ ਡਿਸਬਰਸ ਕਰਨ ਦੀਆਂ ਉਹ ਮਿਨਿਸਟਰ ਸਾਹਿਬ ਨੇ ਆਪ ਲੈ ਲਈਆਂ ਸੀ। ਸੋ ਉਹ ਕੇਂਦਰ ਦਾ ਪੈਸਾ, ਉਹ ਜਿਹੜਾ ਬੱਚਿਆਂ ਕੋਲ ਜਾਣਾ ਚਾਹੀਦਾ ਸੀ, ਉਹ ਬਲੈਕਲਿਸਟਡ ਕਾਲਜ ਨੂੰ ਦੇ ਕੇ ਉਹਦੇ ਵਿੱਚੋਂ ਹਿੱਸਾ ਲੈ ਕੇ ਫਰਾਡ ਕਰ ਦਿੱਤਾ। ਬੱਚੇ ਵਿਚਾਰੇ 2-2.5 ਲੱਖ ਬੱਚਾ ਪੜ੍ਹਾਈ ਤੋਂ ਵਾਂਝਾ ਹੋ ਗਿਆ। ਉਹਦੀ ਜਾਂਚ ਮੰਗੀ ਸੀ ਅਸੀਂ, ਸ਼੍ਰੋਮਣੀ ਅਕਾਲੀ ਦਲ ਨੇ ਵੀ ਉਸ ਵੇਲੇ,
ਵਿਧਾਨ ਸਭਾ 'ਚ ਉਸ ਵੇਲੇ ਆਮ ਪਾਰਟੀ ਨੇ ਵੀ ਮੰਗੀ ਸੀ ਜਾਂਚ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਦੇਖਿਆ ਵੀ ਰੌਲਾ ਪੈ ਗਿਆ ਪੰਜਾਬ 'ਚ, ਬਹੁਤ ਮੀਡੀਆ ਨੇ ਗੱਲ ਚੁੱਕ ਲਈ, ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖਾਸਮ ਖਾਸ ਜੇ 2-3 ਅਫਸਰ ਲਾ ਕੇ ਤਾਂ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਵੀ ਨਹੀਂ ਇਹਦਾ ਤਾਂ ਕਸੂਰ ਹੀ ਕੋਈ ਨਹੀਂ, ਕਿਉਂਕਿ ਖਾਸਮ ਖਾਸ ਸੀ ਉਹਨਾਂ ਦੇ। ਸੋ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ, ਉਹਨਾਂ ਅਧਿਕਾਰੀਆਂ ਦੀ ਵੀ ਜਿਨ੍ਹਾਂ ਨੇ ਕਲੀਨ ਚਿੱਟ ਦੇ ਉੱਤੇ ਸਾਈਨ ਕੀਤੇ ਆ, ਉਹਨਾਂ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਆ। ਜਿਹੜੇ ਅਫਸਰ ਆ ਵੱਡੇ, ਇਹ ਸਿਆਸੀ ਜਿਹੜੇ ਹਕੂਮਤ ਚਲਾਉਂਦੇ ਆ ਉਹਨਾਂ ਦੇ ਹੱਥ ਦਾ ਖਿਡੌਣਾ ਨਾ ਬਣਨ। ਇਹ ਆਪਣੀ ਜ਼ਿੰਮੇਵਾਰੀ, ਆਪਣਾ ਦਾਇਤਵ ਨਿਭਾਉਣ ਲੋਕਾਂ ਪ੍ਰਤੀ। ਇਹ ਰਾਜਸੀ ਲੋਕਾਂ ਦੀ ਜਿਹੜੀਆਂ ਕਰਪਸ਼ਨ ਦੀਆਂ ਨੀਤੀਆਂ ਆ ਉਹਦਾ ਹਿੱਸਾ ਨਾ ਬਣਨ। ਤੁਹਾਨੂੰ ਕੀ ਲੱਗਦਾ ਕਿ ਜੇਕਰ ਇਹ ਜਾਂਚ ਹੁੰਦੀ ਤਾਂ ਸਭ ਤੋਂ ਵੱਡੀ ਗਾਜ ਕਿਹਦੇ ਤੇ ਡਿੱਗੇਗੀ? ਮੰਤਰੀ ਤੇ ਡਿੱਗੇਗੀ ਕਿ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਤੇ? ਦੇਖੋ, ਦੋ ਇਸ਼ੂ ਅਲੱਗ-ਅਲੱਗ ਹੈਗੇ। ਸਾਧੂ ਸਿੰਘ ਹੋਣਾ ਤੇ ਤਾਂ ਕਲੀਅਰ ਕੱਟ ਕੰਮ ਹੈ। ਦੂਜਾ ਆ ਗਿਆ ਚਰਨਜੀਤ ਸਿੰਘ ਚੰਨੀ ਹੋਣਾ ਨੇ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਉਹਨਾਂ ਬਲੈਕ ਲਿਸਟਡ ਕਾਲਜਸ ਨੂੰ ਪੈਸੇ ਕਿਉਂ ਮਾਫ ਕੀਤੇ, ਜਦ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ, ਰੂਲਸ ਕਹਿੰਦੇ ਆ ਵੀ ਜਿਹਦੇ ਕੋਲੋਂ 50 ਲੱਖ ਤੋਂ ਵੱਧ ਦੀ ਰਿਕਵਰੀ ਬਣਦੀ ਆ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਕਿਉਂ ਨਹੀਂ ਪਰਚਾ ਦਰਜ ਹੋਇਆ? ਔਰ ਉਹਨਾਂ ਨੂੰ ਉਲਟ ਤੁਸੀਂ ਉਹਨਾਂ ਦੇ ਕਾਲਜਾਂ 'ਚ ਭੰਗੜੇ ਪਾ ਕੇ ਉਹਨਾਂ ਨਾਲ ਡੀਲ ਕਰਕੇ ਅੰਡਰ ਦਾ ਟੇਬਲ ਤੁਸੀਂ ਉਹਨਾਂ ਕੋਲ ਪੈਸਾ ਹਿੱਸਾ ਲੈ ਕੇ ਤੁਸੀਂ ਉਹਨਾਂ ਨੂੰ ਮਾਫ ਹੀ ਕਰ ਦਿੱਤਾ। ਇਹ ਬਹੁਤ ਵੱਡਾ ਘੁਟਾਲਾ ਹੋਇਆ, ਇਹਦੀ ਜਾਂਚ ਹੋਣੀ ਚਾਹੀਦੀ ਆ। ਜਿਹੜੀ ਲਾਸਟ ਕੈਬਨਿਟ ਮੀਟਿੰਗ ਹੋਈ ਆ ਚਰਨਜੀਤ ਸਿੰਘ ਚੰਨੀ ਦੀ, ਉਹਦੇ ਵਿੱਚ ਜਿਹੜੇ ਫੈਸਲੇ ਹੋਏ ਆ, ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਉਹਦੇ ਜਾਂਚ ਕਰਨ ਔਰ ਕਿਸੇ ਨੂੰ ਮਾਫ ਨਾ ਕਰਨ, ਕੋਈ ਹੋਵੇ ਕਿਸੇ ਨੂੰ ਮਾਫ ਨਾ ਕਰਨ, ਤਾਂ ਕਿ ਗਰੀਬ ਦੇ ਬੱਚੇ ਦੇ ਪੈਸੇ, ਫੀਸਾਂ ਦੇ ਪੈਸੇ ਗਾਂ ਵੀ ਕੋਈ ਹਿਆ ਨਾ ਕਰ ਸਕੇ, ਹਿੰਮਤ ਨਾ ਕਰ ਸਕੇ। ਅੱਛਾ, ਆਮ ਤੌਰ ਤੇ ਪਹਿਲਾਂ ਕਿਹਾ ਜਾਂਦਾ ਹੁੰਦਾ ਸੀਗਾ ਕਿ ਵੱਡੇ ਜਿਹੜੇ ਲੀਡਰ ਹੈਗੇ ਨੇ ਉਹਨਾਂ ਨੂੰ ਬਖਸ਼ ਦਿੱਤਾ ਜਾਂਦਾ, ਛੋਟਿਆਂ ਦੇ ਉੱਪਰ ਕਾਰਵਾਈ ਕਰ ਦਿੱਤੀ ਜਾਂਦੀ ਹੈ। ਤੁਹਾਨੂੰ ਸਰਕਾਰ ਦੀ ਨੀਅਤ ਕਿਵੇਂ ਦੀ ਲੱਗ ਰਹੀ ਹੈ ਕਿ ਕੀ ਲੱਗਦਾ ਕਿ ਵਾਕਈ ਜਿਹੜੇ ਮੁੱਖ ਸਾਜ਼ਿਸ਼ਕਾਰ ਹੈਗੇ ਨੇ, ਜਿਨ੍ਹਾਂ ਮੁੱਖ ਤੌਰ ਤੇ ਜਿਹੜਾ ਵੱਡੇ ਪੱਧਰ ਤੇ ਪੈਸਾ ਖਾਦਾ, ਉਹਨਾਂ ਤੇ ਕਾਰਵਾਈ ਕਰੂਗੀ ਸਰਕਾਰ? ਦੇਖੋ, ਹਾਲੇ 3-4 ਮਹੀਨੇ ਦੀ ਜਿਹੜੀ ਕਾਰਜਕਾਰੀ ਆ, ਜੋ ਪਬਲਿਕ ਨੇ ਦਿਖਾਇਆ ਹੈਗਾ ਸੰਗਰੂਰ 'ਚ, ਪਬਲਿਕ ਬਹੁਤ ਤੇਜ਼ੀ ਨਾਲ ਇਸ ਗੌਰਮੈਂਟ ਦੇ ਖਿਲਾਫ ਹੋ ਰਹੀ ਹੈ। ਇਹਦਾ ਕੀ ਕਾਰਨ ਆ ਇਹ ਤੁਸੀਂ ਬਿਹਤਰ ਦੱਸ ਸਕਦੇ ਹੋ ਮੈਨੂੰ। ਜਦੋਂ ਲੋਕਾਂ ਦਾ ਵਿਸ਼ਵਾਸ ਕਿਸੇ ਸਰਕਾਰ ਤੋਂ ਉੱਠਦਾ ਹੈ ਨਾ, ਫਿਰ ਸਰਕਾਰ ਨੂੰ ਆਪਣੇ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਜਦੋਂ ਆਪਣੇ ਹੱਥਾਂ ਪੈਰਾਂ ਦੀ ਪੈ ਜਾਂਦੀ ਕਿਸੇ ਸਰਕਾਰ ਨੂੰ, ਫਿਰ ਉਹ ਸਹੀ ਫੈਸਲੇ ਨਹੀਂ ਲੈ ਸਕਦੀ, ਫਿਰ ਉਹਨੂੰ ਰਾਜਸੀ ਫੈਸਲੇ ਬਦਲਣੇ ਪੈਂਦੇ ਆ। ਸੋ ਇਸੇ ਕਰਕੇ ਆ ਪਿਛਲੇ, ਮੈਂ ਤਾਂ ਹੈਰਾਨ ਆ, 3 ਕੁ ਮਹੀਨਿਆਂ 'ਚ 4-5 ਫੈਸਲੇ ਲੈ ਕੇ ਮੁੱਖ ਮੰਤਰੀ ਜੀ ਨੇ ਬਾਅਦ 'ਚ ਵਾਪਸ ਲੈ ਲਏ। ਮਤਲਬ ਸਰਕਾਰ ਦੀ ਕੋਈ ਅਥਾਰਟੀ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ, ਸਰਕਾਰ ਨਜ਼ਰ ਹੀ ਨਹੀਂ ਆ ਰਹੀ ਕਿਤੇ ਵੀ। ਭਗਵੰਤ ਸਿੰਘ ਮਾਨ ਦਿਖਾਈ ਦਿੰਦੇ ਆ ਅਖਬਾਰਾਂ ਦੇ ਇਸ਼ਤਿਹਾਰਾਂ 'ਚ ਜਾਂ ਟੈਲੀਵਿਜ਼ਨ ਦੇ ਇਸ਼ਤਿਹਾਰ 'ਚ, ਲੇਕਿਨ ਲੱਗਦਾ ਵੀ ਸਾਰਾ ਕੰਟਰੋਲ ਦਿੱਲੀ ਚਲਾ ਗਿਆ। ਇਹਦੀ ਜਿਹੜੀ ਸਾਡੀ ਧੌਣ ਆ ਨਾ, ਜਿਹੜੀ ਸਾਡੀ ਸੰਘੀ ਆ, ਉਹ ਦਿੱਲੀ ਨੇ ਫੜ ਲਈ। ਇਸ ਕਰਕੇ ਦਿੱਲੀ 'ਚ ਜਾ ਕੇ ਡੀਲ ਹੋ ਜਾਣੀ ਆ। ਮੈਨੂੰ ਤਾਂ ਡਰ ਆ, ਕਿਉਂਕਿ ਚਰਨਜੀਤ ਸਿੰਘ ਚੰਨੀ ਹੋਣਾ ਨੇ ਪੈਸੇ ਪੂਸੇ ਚੰਗੇ ਕਮਾਏ ਆ, ਹੁਣ ਤਾਂ ਬਖਸ਼ੇ ਕਿਸੇ ਨੂੰ ਨਹੀਂ। ਮਨਪ੍ਰੀਤ ਜੀ ਆਮ ਲੋਕਾਂ ਨੂੰ ਠੱਗ ਲਿਆ, ਭੋਲੇ ਭਾਲੇ ਲੋਕਾਂ ਨੂੰ, ਬੱਚਿਆਂ ਦਾ ਪੈਸਾ ਠੱਗ ਲਿਆ। ਫਿਰ ਉਹ ਇੱਥੇ ਸਾਡੇ ਸੰਤਾਂ ਮਹਾਂਪੁਰਖਾਂ ਨੂੰ ਨਹੀਂ ਛੱਡਿਆ। 25 ਕਰੋੜ ਦਾ ਚੈੱਕ ਦੇ ਕੇ ਸਾਰੀ ਦੁਨੀਆ ਨੂੰ ਪਤਾ ਸੀ ਵੀ ਉਹ 25 ਕਰੋੜ ਰੁਪਈਆ ਲੈਪਸ ਹੋ ਜਾਣਾ, ਕਿਉਂਕਿ ਤੁਸੀਂ ਐਡਾ ਵੱਡਾ ਚੈੱਕ ਬਣਾ ਕੇ ਦਿਖਾਵਾ ਕਰ ਰਹੇ ਹੋ ਉਸ ਧਾਰਮਿਕ ਸਥਾਨ 'ਤੇ ਜਾ ਕੇ। ਉਸ ਗੱਲ ਉਸ ਵੇਲੇ ਸਮਝ ਆ ਰਹੀ ਸੀ ਵੀ ਇਹ ਵੋਟਾਂ ਲੈਣ ਦੀ ਸਾਜ਼ਿਸ਼ ਹੋ ਰਹੀ ਹੈ। ਪਰ ਚਲੋ ਉਸ ਵੇਲੇ ਬੋਲਣਾ ਵਾਜਬ ਨਹੀਂ ਸੀ ਸਾਡੇ ਵਰਗੇ ਬੰਦੇ ਦਾ। ਲੋਕਾਂ ਨੇ ਕਹਿਣਾ ਸੀ ਯਾਰ ਇਹਨਾਂ ਨੂੰ ਸ਼ਾਇਦ ਕੋਈ ਜੈਲਸੀ ਹੋ ਰਹੀ ਹੈ। ਇਸ ਕਰਕੇ ਉਹ ਪਤਾ ਸੀ ਸਾਰਿਆਂ ਨੂੰ ਵੀ ਇਹ ਪੈਸੇ ਲੈਪਸ ਹੋ ਜਾਣੇ, ਕਿਉਂਕਿ ਜਾਬਤਾ ਲੱਗ ਗਿਆ। ਉਸ ਤੋਂ 4-5 ਦਿਨ ਬਾਅਦ, ਜਾਬਤੇ ਤੋਂ ਬਾਅਦ ਵੋਟਾਂ ਆ ਗਈਆਂ, ਵੋਟਾਂ ਤੋਂ ਬਾਅਦ ਰਿਜ਼ਲਟ ਆ ਗਿਆ, ਰਿਜ਼ਲਟ ਤੋਂ ਬਾਅਦ ਸਰਕਾਰ ਬਦਲ ਗਈ, ਉਹ ਪੈਸੇ 31 ਮਾਰਚ 2022 ਨੂੰ ਲੈਪਸ ਹੋ ਗਏ। ਉਹ ਸਾਰਿਆਂ ਨੂੰ ਸਮਝ ਆਉਂਦੀ ਸੀ। ਸੋ ਉਸ ਬੰਦੇ ਨੇ, ਉਸ ਮੁੱਖ ਮੰਤਰੀ ਨੇ ਕਿਸੇ ਨੂੰ ਨਹੀਂ ਬਖਸ਼ਿਆ। ਸਾਰੇ ਹੀ ਲੋਕਾਂ ਦਾ ਖਿਲਵਾੜ ਕੀਤਾ, ਧਾਰਮਿਕ ਸ਼ਖਸੀਅਤਾਂ ਦਾ ਖਿਲਵਾੜ ਕੀਤਾ, ਗਰੀਬਾਂ ਦਾ, ਖਿਲਾੜੀਆਂ ਦਾ, ਤੇ ਪੈਸੇ ਕਮਾਉਣ ਤੇ ਲੱਗੇ। ਸੋ ਇਹ ਜਾਂਚ ਹੋਣੀ ਚਾਹੀਦੀ ਆ। ਇਹ ਕਰਪਸ਼ਨ, ਜਿਹੜੇ ਕਰਪਸ਼ਨ ਦੇ ਪੈਸੇ, ਰਿਸ਼ਵਤਖੋਰੀ ਦੇ, ਇਹਨਾਂ ਦੇ ਹੱਡਾਂ 'ਚੋਂ ਕੱਢਣੇ ਚਾਹੀਦੇ।
ਠੀਕ ਹੈ ਟੀਨੂ ਸਾਹਿਬ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਅਕਾਲੀ ਲੀਡਰ ਪਵਨ ਕੁਮਾਰ ਟੀਨੂ ਹੈਗੇ ਨੇ, ਜਿਨ੍ਹਾਂ ਦੇ ਵੱਲੋਂ ਦੋਨਾਂ ਮੁੱਦਿਆਂ ਦੇ ਉੱਪਰ ਖੁੱਲ੍ਹ ਕੇ ਗੱਲਬਾਤ ਕੀਤੀ ਹੈ, ਕਿਉਂਕਿ ਇਹ ਘੁਟਾਲਿਆਂ ਨੂੰ ਲੈ ਕੇ ਜਿਹੜੀ ਹੈ ਕਾਫੀ ਵੱਡੇ ਪੱਧਰ ਤੇ ਚਰਚਾ ਛਿੜੀ ਹੋਈ ਹੈ। ਤੇ ਇਹਨਾਂ ਦੇ ਵੱਲੋਂ ਵੀ ਜਿਹੜਾ ਮੁੱਖ ਤੌਰ ਤੇ ਚਰਨਜੀਤ ਸਿੰਘ ਚੰਨੀ ਹੋਣਾ ਦਾ ਨਾਮ ਅਤੇ ਸਾਧੂ ਸਿੰਘ ਧਰਮਸੋਤ ਹੋਣਾ ਦਾ ਨਾਮ ਲਿਆ ਜਾ ਰਿਹਾ ਕਿ ਜੇਕਰ ਜਾਂਚ ਹੁੰਦੀ ਹੈ ਤਾਂ ਇਹਨਾਂ ਦੋਨਾਂ ਲੀਡਰਾਂ ਦਾ ਵੱਡੇ ਪੱਧਰ ਤੇ ਨਾਮ ਜਿਹੜਾ ਉਹ ਸਾਹਮਣੇ ਆਏਗਾ। ਖੈਰ, ਫਾਈਲਾਂ ਮੰਗਾ ਲਈਆਂ ਗਈਆਂ ਨੇ, ਇੱਕ ਮਸਲੇ ਦੀ ਵਿਜੀਲੈਂਸ ਨੂੰ ਜਾਂਚ ਸੌਂਪ ਦਿੱਤੀ ਗਈ ਹੈ। ਕੀ ਕੁਝ ਨਿਕਲਦਾ ਹੈ, ਕਿਹਦੇ ਵੱਲੋਂ ਸਭ ਤੋਂ ਵੱਡਾ ਘੁਟਾਲਾ ਕੀਤਾ ਗਿਆ ਸੀਗਾ, ਇਹ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ।